परम सन्मानयोग गुरु रूप गुरु खालसा साध संगत जी। वाहिगुरु जी का खालसा वाहिगुरु जी की फतेह। भगती कोई किसी दी अपनी मलकीयत नहीं है, ना ही कोई चातरी ਜਾਂ ਚਤੁਰਾਈ ਨਾਲ ਇਸ ਨੂੰ ਪਾ ਸਕਦਾ ਹੈ। ਇਹ ਤਾਂ ਸ਼ੁੱਧ ਹਿਰਦੇ ਤੇ ਸ਼ੁੱਧ ਭਾਵਨਾ ਨਾਲ ਮਿਲਦੀ ਹੈ। ਪਰ ਇਸ ਸਭ ਕੁਝ ਦੇ ਹੁੰਦੇ ਵੀ ਜੇ ਪਰਮੇਸ਼ਰ ਦੀ ਕਿਰਪਾ ਹੋਵੇ। ਪਰਮੇਸ਼ਰ ਕਿਰਪਾ ਕਰਨ ਵਾਸਤੇ ਆਪ ਨਹੀਂ ਆਉਂਦਾ, ਉਹ ਆਪਣੇ ਪਿਆਰਿਆਂ ਰਾਹੀਂ ਹੀ ਸਭ ਕੰਮ ਕਰਦਾ ਹੈ। ਸੋ ਇਸ ਦੀ ਮਿਸਾਲ ਹੀ ਸੈਨ ਨਾਈ ਜੀ ਹਨ। ਨਾਈਆਂ ਦਾ ਕੰਮ ਹੁੰਦਾ ਹੈ ਘਰ ਘਰ ਸੁਨੇਹੇ ਪਹੁੰਚਾਉਣੇ, ਮਰਨੇ ਪਰਨੇ ਤੇ ਹੋਰ ਕੰਮਾਂ ਵਿੱਚ ਇਹੋ ਲੋਕ ਕੰਮ ਕਰਦੇ ਸਨ। ਅੱਜ ਭਾਵੇਂ ਕਿੰਨਾ ਜ਼ਮਾਨਾ ਬਦਲ ਗਿਆ ਹੈ, ਪਰ ਇਹ ਗੱਲ ਉਸੇ ਤਰ੍ਹਾਂ ਹੀ ਚੱਲੀ ਆ ਰਹੀ ਹੈ। ਭਗਤ ਸੈਨ ਜੀ ਜਾਤੀ ਦੇ ਨਾਈ ਸਨ ਤੇ ਕੰਮ ਉਹ ਵੀ ਇਹੋ ਹੀ ਕਰਦੇ ਸਨ। ਆਪ ਇੱਕ ਰਾਜੇ ਦੇ ਘਰ ਨੌਕਰ ਸਨ। ਇਹ ਰੋਜ਼ ਹੀ ਸਵੇਰੇ ਜਾਂਦੇ, ਰਾਜੇ ਨੂੰ ਤੇਲ ਆਦਿ, ਮੁੱਠੀ ਚਾਪੀ ਤੇ ਹੋਰ ਸੇਵਾ ਵੀ ਕਰਦੇ ਸਨ। ਇਹ ਬੁੰਦੇਲਖੰਡ ਦੇ ਬਾਂਧਵ ਨਗਰ ਦੇ ਰਾਜੇ ਵੀਰ ਸਿਉਂ ਦੇ ਨੌਕਰ ਸਨ। ਸੇਵਾ ਇੰਨੀ ਪ੍ਰੇਮ ਨਾਲ ਕਰਦੇ ਸਨ ਕਿ ਰਾਜਾ ਇਹਨਾਂ ਤੇ ਬਹੁਤ ਖੁਸ਼ ਸੀ ਤੇ ਚੰਗੀ ਤਨਖਾਹ ਦਿੰਦਾ ਸੀ। ਭਗਤ ਬਣਦੇ ਹੀ ਉਹ ਹਨ ਜਿਨ੍ਹਾਂ ਦਾ ਪਰਮੇਸ਼ਰ ਦੇ ਗੁਣਾਂ ਨਾਲ ਪਿਆਰ ਹੋਵੇ। ਭਗਤ ਸੈਨ ਜੀ ਮੁੱਢੋਂ ਹੀ ਸਾਧਾਂ ਸੰਤਾਂ ਦੀ ਸੰਗਤ ਕਰਨ ਵਾਲੇ ਸਨ। ਜਿੱਥੇ ਵੀ ਉਹਨਾਂ ਨੂੰ ਕਿਸੇ ਹਰੀ ਪ੍ਰਭੂ ਪਿਆਰੇ ਦਾ ਪਤਾ ਲੱਗਦਾ, ਉਸ ਸੰਤ ਨੂੰ ਘਰ ਲਿਆਉਂਦੇ ਤੇ ਉਸ ਦੀ ਸੇਵਾ ਕਰਦੇ ਸਨ। ਉਹਨਾਂ ਦੀ ਇਸ ਲਗਨ ਦਾ ਫਲ ਇਹ ਹੋਇਆ ਕਿ ਕੋਈ ਨਾ ਕੋਈ ਸਾਧੂ ਸੰਤ ਉਹਨਾਂ ਦੇ ਘਰ ਆਇਆ ਹੀ ਰਹਿਣਾ ਤੇ ਸਤਸੰਗ ਲੱਗਾ ਰਹਿਣਾ। ਪਰਮੇਸ਼ਰ ਦੀ ਇਹ ਗਤੀ ਹੈ ਕਿ ਉਹ ਆਪਣੇ ਪਿਆਰੇ ਦੀ ਵਡਿਆਈ ਕਰਾਉਣ ਲਈ ਉਸ ਦੇ ਅੱਗੇ ਇਹੋ ਜਿਹਾ ਪਰਚਾ ਪਾ ਦਿੰਦਾ ਹੈ ਕਿ ਲਗਨ ਨਾਲ ਜੇ ਉਸ ਪਰਚੇ ਵਿੱਚੋਂ ਪਾਸ ਹੋ ਜਾਏ ਤਾਂ ਉਸ ਦੀ ਵਡਿਆਈ ਕਰਾਉਂਦਾ ਹੈ। ਪਰ ਕਈ ਵਾਰੀ ਇਹੋ ਜਿਹੇ ਖੇਲ ਕਰਨ ਵਾਲੇ ਭਗਵਾਨ ਨੂੰ ਆਪ ਭਗਤ ਦੀ ਥਾਂ 'ਤੇ ਆਉਣਾ ਪੈਂਦਾ ਹੈ। ਜਿਵੇਂ ਕਬੀਰ ਜੀ ਦੇ ਨਾਮ ਦੀਆਂ ਝੂਠੀਆਂ ਚਿੱਠੀਆਂ ਪਾ ਕੇ ਜਦ ਪੰਡਤਾਂ ਨੇ ਕਬੀਰ ਜੀ ਨੂੰ ਫਸਾ ਦਿੱਤਾ ਤਾਂ ਭਗਵਾਨ ਨੇ ਆਪ ਕਬੀਰ ਦਾ ਰੂਪ ਧਾਰ ਕੇ ਵੱਡਾ ਜਗ ਕੀਤਾ ਤੇ ਉਸ ਦੀ ਜੈ ਜੈਕਾਰ ਕਰਾ ਦਿੱਤੀ। ਭਗਤ ਨਾਮਦੇਵ ਜੀ ਨੂੰ ਜਦ ਪੰਡਿਆਂ ਨੇ ਧੱਕੇ ਮਾਰ ਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਭਗਵਾਨ ਨੂੰ ਵੱਡਾ ਆਕਾਰ ਬਣਾ ਕੇ ਲੰਬੀਆਂ ਬਾਹਾਂ ਨਾਲ ਜੱਫਾ ਪਾ ਕੇ ਮੰਦਰ ਨੂੰ ਫੇਰਨਾ ਪਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪਿਆਰੇ ਸਿੱਖ ਭਾਈ ਜੋਗਾ ਸਿੰਘ ਨੂੰ ਬਚਾਉਣ ਲਈ ਸਾਰੀ ਰਾਤ ਵੇਸਵਾ ਦੇ ਬੂਹੇ ਅੱਗੇ ਪਹਿਰਾ ਦੇਣਾ ਪਿਆ। ਤੇ ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਮਿਸਾਲਾਂ ਮਿਲ ਜਾਣਗੀਆਂ। ਇਸੇ ਤਰ੍ਹਾਂ ਹੀ ਭਗਵਾਨ ਨੂੰ ਸੈਨ ਨਾਈ ਦੇ ਪ੍ਰੇਮ ਬਦਲੇ ਰਾਜੇ ਵੀਰ ਸਿਉਂ ਦੀ ਮੁੱਠੀ ਚਾਪੀ ਕਰਨੀ ਪਈ ਤੇ ਉਹ ਸਾਰੀ ਸੇਵਾ ਨਿਭਾਉਣੀ ਪਈ ਜੋ ਸੈਨ ਜੀ ਜਾ ਕੇ ਕਰਦੇ ਸਨ। ਇੱਕ ਦਿਨ ਸੈਨ ਜੀ ਦੇ ਘਰ ਐਸੇ ਸੰਤ ਪ੍ਰਾਹੁਣੇ ਆ ਗਏ ਕਿ ਜਿਨ੍ਹਾਂ ਦੀ ਜ਼ੁਬਾਨ ਵਿੱਚ ਰੱਜ ਕੇ ਰਸ ਤੇ ਗਲ ਵਿੱਚ ਪ੍ਰਭੂ ਭਗਵਾਨ ਦੇ ਚਰਿੱਤਰਾਂ ਤੇ ਕੌਤਕਾਂ ਦੀ ਚੱਲ ਪਈ। ਐਸਾ ਰਸ ਬੱਝਾ ਕਿ ਰਾਤ ਭਰ ਉਸੇ ਆਨੰਦ ਵਿੱਚ ਮਗਨ ਹੋਏ ਸਤ ਸੰਗਤ ਵਿੱਚ ਜੁਟੇ ਹੀ ਰਹੇ। ਸੋ ਐਸੇ ਹੀ ਅਪਰੰਪਰ ਪ੍ਰਭੂ ਦੇ ਸੱਚੇ ਰਸ ਵਿੱਚ ਸੈਨ ਨਾਈ ਜੀ ਇੰਨੇ ਪ੍ਰੇਮ ਵਿੱਚ ਮਗਨ ਹੋਏ ਕਿ ਰਾਜੇ ਦੇ ਘਰ ਨਾ ਗਏ, ਸੰਤ ਸੰਗ ਨੂੰ ਛੱਡ ਨਾ ਸਕੇ ਤੇ ਮਨ ਵਿੱਚ ਕਿਹਾ ਜੋ ਹੋਊ ਦੇਖੀ ਜਾਓ। ਇਸ ਸਤਸੰਗ ਨੂੰ ਛੱਡ ਕੇ ਜਾਣਾ ਨਹੀਂ ਹੈ। ਪਰ ਉੱਧਰ ਭਗਵਾਨ ਨੇ ਸਰਲ ਹਿਰਦੇ ਵਾਲੇ ਭਗਤ ਦੇ ਥਾਂ ਆਪ ਉਸ ਦਾ ਕੰਮ ਕਰਨ ਦੀ ਧਾਰ ਲਈ। ਰਾਜੇ ਤੋਂ ਇਹ ਖਤਰਾ ਸੀ ਕਿ ਉਹ ਭਗਤ ਨੂੰ ਤੰਗ ਕਰੇਗਾ ਜਾਂ ਉਸ ਦੇ ਹਿਰਦੇ ਨੂੰ ਦੁੱਖ ਦੇਵੇਗਾ। ਰਾਜਾ ਸੀ, ਨੌਕਰ ਨੂੰ ਤਾੜ-ਫਾੜ ਕਰਨੀ ਇਹ ਤਾਂ ਉਹਨਾਂ ਦਾ ਸੁਭਾਵਕ ਕੰਮ ਸੀ। ਪ੍ਰਭੂ ਚਾਹੁੰਦਾ ਤਾਂ ਉਹ ਆਪਣੇ ਭਗਤ ਦੀ ਰਾਜੇ ਤੋਂ ਰਾਖੀ ਕਰ ਸਕਦਾ ਸੀ, ਪਰ ਇਹ ਉਸ ਦੀ ਆਪਣੀ ਮਰਜ਼ੀ ਹੈ। ਜਿਸ ਤਰੀਕੇ ਨਾਲ ਵੀ ਚੱਲੇ, ਆਪਣੀ ਮੌਜ ਦਾ ਮਾਲਕ ਹੈ। ਸੋ ਸੈਨ ਜੀ ਤਾਂ ਆਪਣੇ ਸਤਸੰਗ ਵਿੱਚ ਲੱਗੇ ਰਹੇ। ਆਏ ਸੰਤਾਂ ਨੇ ਕਥਾ ਦਾ ਭੋਗ ਉਦੋਂ ਪਾਇਆ ਜਦੋਂ ਬਾਹਰ ਚਿੱਟਾ ਚੰਨ ਚੜ੍ਹ ਚੁੱਕਾ ਸੀ।
ਉਧਰ ਸੇਨ ਦਾ ਰੂਪ ਧਾਰ ਕੇ ਭਗਵਾਨ ਰਾਜੇ ਦੀ ਸੇਵਾ ਕਰਕੇ ਉਹਨਾਂ ਨੂੰ ਇੰਨਾ ਰਿਝਾ ਤੇ ਪ੍ਰਸੰਨ ਕਰ ਆਏ ਸਨ ਕਿ ਕਮਾਲ ਹੋ ਗਈ ਸੀ। ਭਲਾ ਜਿਸ ਦੀ ਪਰਮੇਸ਼ਰ ਆਪ ਮੁੱਠੀ ਚਾਪੀ ਕਰੇ ਜਾਂ ਤੇਲ ਦੀ ਮਾਲਿਸ਼ ਕਰੇ, ਉਸ ਨੂੰ ਉਹੋ ਜਿਹਾ ਆਨੰਦ ਹੋਰ ਕੌਣ ਦੇ ਸਕਦਾ ਸੀ। ਰਾਜਾ ਹੈਰਾਨ ਹੋ ਰਿਹਾ ਸੀ ਕਿ ਸੈਨ ਨੇ ਅੱਜ ਸੇਵਾ ਬੜੇ ਪ੍ਰੇਮ ਨਾਲ ਕੀਤੀ ਹੈ, ਪਰ ਉਹ ਇੱਕਦਮ ਗਾਇਬ ਕਿੱਥੇ ਹੋ ਗਿਆ ਹੈ। ਇੰਨੇ ਨੂੰ ਇੱਧਰੋਂ ਸੈਨ ਜੀ ਰਾਜੇ ਦੇ ਘਰ ਚਲੇ ਗਏ ਕਿ ਚਲੋ ਹਾਜ਼ਰੀ ਭਰ ਆਈਏ, ਦੇਰੀ ਦੀ ਖਿਮਾ ਮੰਗ ਲਵਾਂਗੇ। ਅਸਲੀ ਸੈਨ ਜੀ ਰਾਜੇ ਦੇ ਘਰ ਉਦੋਂ ਪੁੱਜੇ ਜਦੋਂ ਭਗਵਾਨ ਰੂਪ ਸੈਨ ਰਾਜੇ ਨੂੰ ਪ੍ਰਸੰਨ ਕਰਕੇ ਜਾ ਚੁੱਕਾ ਸੀ। ਰਾਜੇ ਨੇ ਆਉਂਦੇ ਸੈਨ ਨੂੰ ਪੁੱਛਿਆ, ਸੇਵਾ ਕਰਕੇ ਕਿੱਧਰ ਚਲਾ ਗਿਆ ਸੀ? ਭਗਤ ਸੈਨ ਜੀ ਨੇ ਕਿਹਾ, ਮੈਂ ਸੇਵਾ ਕਰਕੇ? ਮੈਂ ਤਾਂ ਆਇਆ ਹੀ ਨਹੀਂ। ਰਾਜੇ ਨੇ ਪੁੱਛਿਆ, ਤੂੰ ਨਹੀਂ ਆਇਆ? ਫਿਰ ਸੈਨ ਜੀ ਨੇ ਕਿਹਾ, ਨਹੀਂ, ਮੈਂ ਤਾਂ ਨਹੀਂ ਆਇਆ। ਫਿਰ ਰਾਜੇ ਨੇ ਕਿਹਾ, ਫਿਰ ਮੇਰੀ ਸੇਵਾ ਕੌਣ ਕਰ ਗਿਆ ਹੈ? ਮੈਂ ਤਾਂ ਚੰਗੀ ਤਰ੍ਹਾਂ ਵੇਖਿਆ ਹੈ ਕਿ ਤੂੰ ਹੀ ਸੀ। ਜੇ ਤੂੰ ਨਹੀਂ ਸੀ ਤਾਂ ਤੂੰ ਕਿੱਥੇ ਸੀ? ਭਗਤ ਸੈਨ ਜੀ ਨੇ ਕਿਹਾ, ਮੈਂ ਤਾਂ ਆਪਣੇ ਘਰ ਸੀ। ਫਿਰ ਰਾਜੇ ਨੇ ਪੁੱਛਿਆ, ਕੀ ਕਰਦਾ ਸੀ? ਭਗਤ ਸੈਨ ਜੀ ਨੇ ਜਵਾਬ ਦਿੱਤਾ, ਰਾਤ ਘਰ ਵਿੱਚ 7 ਪ੍ਰਾਹੁਣ ਆ ਗਏ ਸਨ। ਕੀ ਕਹਿਣੇ ਉਹਨਾਂ ਦੀ ਕਥਨੀ ਦੇ, ਉਹਨਾਂ ਦੀ ਮਿਠਾਸ ਤੇ ਰਸ ਨੇ ਬਸ ਮੈਨੂੰ ਕਿਤੇ ਹਿੱਲਣ ਹੀ ਨਹੀਂ ਦਿੱਤਾ। ਉਹਨਾਂ ਦੇ ਸਤਸੰਗ ਵਿੱਚ ਬੈਠਿਆਂ ਹੀ ਸਾਰੀ ਰਾਤ ਬੀਤ ਗਈ ਤੇ ਤੁਹਾਡੀ ਸੇਵਾ ਦਾ ਸਮਾਂ ਹੀ ਲੰਘ ਗਿਆ। ਉਹ ਮੇਰੇ ਪ੍ਰਭੂ ਪਰਮੇਸ਼ਰ ਦੀਆਂ ਐਸੀਆਂ ਕਥਾਵਾਂ ਸੁਣਾ ਰਹੇ ਸਨ ਕਿ ਉਹਨਾਂ ਦੇ ਆਨੰਦ ਨੂੰ ਨਹੀਂ ਛੱਡਿਆ ਤੇ ਇਹੋ ਖਿਆਲ ਕੀਤਾ ਕਿ ਤੁਹਾਡੇ ਗੁੱਸੇ ਗਿਲੇ ਨੂੰ ਸਹਾਰ ਲਵਾਂਗਾ। ਰਾਜੇ ਨੇ ਭਗਤ ਸੈਨ ਜੀ ਦੀ ਗੱਲ ਸੁਣ ਕੇ ਕਿਹਾ, ਉਹ ਸੈਨ, ਬਸ ਮੈਂ ਸਮਝ ਗਿਆ, ਉਹ ਤੇਰਾ ਰੂਪ ਧਾਰ ਕੇ ਆਉਣ ਵਾਲਾ ਪਰਮੇਸ਼ਰ ਹੀ ਸੀ। ਤੂੰ ਉੱਥੇ ਆਨੰਦ ਲੈਂਦਾ ਰਿਹਾ ਹੈ ਤੇ ਇੱਥੇ ਜੋ ਆਨੰਦ ਮੈਨੂੰ ਆਇਆ ਹੈ ਉਸ ਦਾ ਮੈਂ ਕੀ ਬਿਆਨ ਕਰਾਂ। ਇਹ ਆਖ ਕੇ ਭਗਤ ਸੈਨ ਜੀ ਨੂੰ ਗਲਵਕੜੀ ਵਿੱਚ ਲੈ ਲਿਆ। ਬਸ ਸੈਨ, ਅੱਜ ਤੋਂ ਮੈਂ ਤੇਰੀ ਸੇਵਾ ਕਰਿਆ ਕਰਾਂਗਾ। ਪਰਮੇਸ਼ਰ ਦਾ ਰੂਪ ਹੋ ਗਿਆ ਹੈ, ਤੇਰੇ ਲਈ ਪਰਮੇਸ਼ਰ ਤੇਰਾ ਰੂਪ ਧਾਰ ਕੇ ਆਇਆ ਹੈ। ਰਾਜੇ ਨੇ ਗਲਵਕੜੀ ਛੱਡੀ ਤੇ ਇੰਨਾ ਪ੍ਰੇਮ ਵਿੱਚ ਖੀਵਾ ਹੋ ਗਿਆ ਕਿ ਉਸਨੇ ਸੈਨ ਜੀ ਦੇ ਚਰਨ ਫੜ ਲਏ। ਚਰਨ ਫੜ ਕੇ ਰਾਜਾ ਹੁਣ ਚਰਨਾਂ ਨੂੰ ਛੱਡਦਾ ਨਹੀਂ ਤੇ ਸੈਨ ਜੀ ਦੀ ਉਸਤਤੀ ਕਰੀ ਜਾਂਦਾ ਹੈ। ਸੋ ਇਉਂ ਭਗਤ ਸੈਨ ਜੀ ਦਾ ਜਸ ਦਿਨ ਬ ਦਿਨ ਵਧਿਆ ਤੇ ਫੈਲ ਗਿਆ। ਸੈਨ ਜੀ ਦੇ ਸੱਚੇ ਪ੍ਰੇਮ ਨੇ ਉਹਨਾਂ ਨੂੰ ਸੱਚੇ ਭਗਤ ਬਣਾ ਦਿੱਤਾ। ਦਿਨਾਂ ਵਿੱਚ ਹੀ ਆਪ ਦੇ ਘਰ ਅੱਗੇ ਭੀੜਾਂ ਲੱਗ ਗਈਆਂ। ਜਿੱਥੇ ਰਾਜਾ ਆਵੇ ਤੇ ਭਗਤ ਜੀ ਦਾ ਸਤਿਕਾਰ ਕਰੇ, ਉੱਥੇ ਆਮ ਪ੍ਰਜਾ ਕਿਉਂ ਨਾ ਕਰੇ। ਦੱਸਦੇ ਹਨ ਕਿ ਸੈਨ ਜੀ ਨੇ ਇਸ ਤੋਂ ਬਾਅਦ ਘਰ-ਬਾਰ ਛੱਡ ਦਿੱਤਾ ਤੇ ਤੀਰਥਾਂ 'ਤੇ ਚਲੇ ਗਏ ਤੇ ਪੂਰਨ ਪ੍ਰਭੂ ਰੰਗ ਵਿੱਚ ਰੰਗੇ ਗਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਾਰਾਜ ਜੀ ਨੇ ਸ਼੍ਰੀ ਸੈਨ ਜੀ ਦਾ ਇੱਕ ਸ਼ਬਦ ਆਰਤੀ ਦੇ ਰੂਪ ਵਿੱਚ ਅੰਕਿਤ ਕੀਤਾ ਹੈ। ਧੂਪ ਦੀਪ ਘ੍ਰਿਤ ਸਾਜ ਆਰਤੀ, ਵਾਰਨੇ ਜਾਓ ਕਮਲਾਪਤੀ, ਮੰਗਲਾ ਹਰ ਮੰਗਲਾ, ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ। ਊਤਮ ਦੀਆਰਾ ਨਿਰਮਲ ਬਾਤੀ, ਤੂੰ ਹੀ ਨਿਰੰਜਨ ਕਮਲਾ ਪਾਤੀ। ਰਾਮਾ ਭਗਤ ਰਾਮਾਨੰਦ ਜਾਨੈ, ਪੂਰਨ ਪਰਮਾਨੰਦ ਬਖਾਨੈ। ਮਦਨ ਮੂਰਤ ਪੈ ਤਾਰ ਗੋਬਿੰਦੇ, ਸੈਣ ਭਣੇ ਭਜ ਪਰਮਾਨੰਦੇ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਲਿਖਿਆ ਹੈ, ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਪ੍ਰੇਮ ਭਗਤ ਰਾਤੀ ਕਰੈ, ਭਲਕੈ ਰਾਜ ਦੁਆਰੈ ਜਾਈ। ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਬਾਈ। ਛੱਡ ਨਾ ਸਕੈ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ। ਸੈਣ ਰੂਪ ਹਰ ਜਾਏ ਕੈ, ਆਇਆ ਰਾਣੈ ਨੂੰ ਰਿਝਾਈ। ਸਾਧ ਜਨਾਂ ਨੂੰ ਵਿਦਾ ਕਰ, ਰਾਜ ਦੁਆਰ ਗਿਆ ਸਰਮਾਈ। ਰਾਣੈ ਦੂਰੋਂ ਸੱਦ ਕੈ, ਗੱਲੋਂ ਕਵਾਏ ਖੋਲ ਪੈਨਾਈ। ਵਸ ਕੀਤਾ ਹੋਂ ਤੁਧ ਅੱਜ, ਬੋਲੇ ਰਾਜ ਸੁਣੈ ਲੁਕਾਈ। ਪ੍ਰਗਟ ਕਰੈ ਭਗਤ ਵਡਿਆਈ। ਭਗਤ ਸੈਨ ਜੀ ਭਗਤ ਕਬੀਰ ਜੀ ਦਾ ਪ੍ਰਤਾਪ ਸੁਣ ਕੇ ਭਗਤੀ ਵੱਲ ਪ੍ਰੇਰਿਤ ਹੋਏ ਸਨ। ਭਗਤ ਸੈਨ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਸ਼ਬਦ ਦਰਜ ਹੈ,
ਜੋ ਕਿ ਧਨਾਸਰੀ ਰਾਗ ਵਿੱਚ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਗ ਆਸਾ ਵਿੱਚ ਅੰਗ 487 ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਸੈਣ ਜੀ ਬਾਰੇ ਫੁਰਮਾਨ ਦਿੱਤਾ ਹੈ। ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ, ਭਗਤਾ ਮਹਿ ਗਣਿਆ। ਸੈਣ ਨਾਈ ਪਿੰਡ ਦੀਆਂ ਬੁੱਤੀਆਂ ਕਰਨ ਵਾਲਾ ਹਰ ਇੱਕ ਗ੍ਰਹਿ ਵਿੱਚ ਪ੍ਰਸਿੱਧ ਹੋ ਗਿਆ। ਸ਼੍ਰੋਮਣੀ ਪਰਮਾਤਮਾ ਨੇ ਉਸ ਦੇ ਮਨ ਅੰਦਰ ਨਿਵਾਸ ਕਰ ਲਿਆ ਤੇ ਉਹ ਸਾਧੂਆਂ ਵਿੱਚ ਗਿਣਿਆ ਗਿਆ। ਸੋ ਸਾਧ ਸੰਗਤ ਜੀ, ਇਹ ਸੀ ਭਗਤ ਸੈਣ ਜੀ ਬਾਰੇ ਛੋਟੀ ਜਿਹੀ ਜਾਣਕਾਰੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਾਂ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।